ਔਲ ਹਰ ਬੱਗੇ ਬੰਕ ਦੁਆਰ, ਕਰ ਮਨ ਖੁਸ਼ੀ ਉਸਾਰਿਆ, ਦੂਜੈ ਹੇਤ ਪਿਆਰ। ਅੰਦਰ ਖਾਲੀ ਪ੍ਰੇਮ ਬਿਨ, ਢਹਿ ਢੇਰੀ ਤਨ ਛਾਰ। ਭਾਈ ਰੇ ਤਨ ਧਨ ਸਾਥ ਨਾ ਹੋਏ, RAM ਨਾਮ ਧਨ ਨਿਰਮਲੋ। ਗੁਰਦਾਤ ਕਰੇ ਪ੍ਰਭ ਸੋਏ, ਰਹਾਉ। RAM ਨਾਮ ਧਨ ਨਿਰਮਲੋ, ਜੇ ਦੇਵੈ ਦੇਵਨਹਾਰ। ਆਗੈ ਪੂਛ ਨਾ ਹੋਵਈ, ਜਿਸ ਬੇਲੀ ਗੁਰ ਕਰਤਾਰ। ਆਪ ਛਡਾਏ ਛੁਟੀਐ, ਆਪੇ ਬਖਸ਼ਣਹਾਰ। ਮਨ ਮੁਖ ਜਾਣੈ ਆਪਣੇ, ਧੀਆਂ ਪੁੱਤ ਸੰਜੋਗ। ਨਾਰੀ ਦੇਖ ਵਿਗਸੀਐ, ਨਾਲੇ ਹਰਕ ਸੋ ਸੋਗ। ਗੁਰਮੁਖ ਸ਼ਬਦ ਰੰਗਾਵਲੇ, ਅਹਨਿਸ ਹਰ ਰਸ ਭੋਗ। ਚਿਤ ਚਲੈ ਵਿਤ ਜਾਵਣੋ, ਸਾਕਤ ਡੋਲ ਡੋਲਾਏ। ਬਾਹਰ ਢੂੰਡ ਵਿਗੁਚੀਐ, ਘਰ ਮਹਿ ਵਸਤ ਸੋ ਥਾਏ। ਮਨ ਮੁਖ ਹਉਮੈ ਕਰ ਮੁਸੀ, ਗੁਰਮੁਖ ਪੱਲੇ ਪਾਏ। ਸਾਕਤ ਨਿਰਗੁਣ ਆਰਿਆ, ਆਪਣਾ ਮੂਲ ਪਛਾਣ। ਰਕਤ ਬਿੰਦ ਕਾ ਇਹ ਤਨੋ, ਅਗਨੀ ਪਾਸ ਪਿਰਾਣ। ਪਵਨੈ ਕੈ ਵਸ ਦੇ ਹੋਰੀ, ਮਸਤਕ ਸਚ ਨੀਸ਼ਾਨ। ਬਹੁਤਾ ਜੀਵਨ ਮੰਗੀਐ, ਮੂਆ ਨਾ ਲੋੜੈ ਕੋਏ। ਸੁਖ ਜੀਵਨ ਤਿਸ ਆਖੀਐ, ਜਿਸ ਗੁਰਮੁਖ ਵਸਿਆ ਸੋਏ। ਨਾਮ ਵਿਹੂਣੇ ਕਿਆ ਗਣੀ, ਜਿਸ ਹਰ ਗੁਰ ਦਰਸ਼ਨ ਨਾ ਹੋਏ। ਜਿਉ ਸੁਪਨੈ ਨਿਸ ਭੂਲੀਐ, ਜਬ ਲਗ ਨਿੰਦਰਾ ਹੋਏ। ਇਉ ਸਰਪਨ ਕੈ ਵਸ ਜੀਅੜਾ, ਅੰਤਰ ਹਉਮੈ ਦੋਏ। ਗੁਰਮਤਿ ਹੋਏ ਵਿਚਾਰੀਐ, ਸੁਪਨਾ ਏ ਜਗ ਲੋਏ। ਅਗਨ ਮਰੈ ਜਲ ਪਾਈਐ, ਜਿਉ ਬਾਰਕ ਦੁਧੈ ਮਾਏ। ਬਿਨ ਜਲ ਕਮਲ ਸੋ ਨਾਥੀਐ, ਬਿਨ ਜਲ ਮੀਨ ਮਰਾਏ। ਨਾਨਕ ਗੁਰਮੁਖ ਹਰ ਰਸ ਮਿਲੈ, ਜੀਵਾਂ ਹਰ ਗੁਣ ਗਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਰਹਿਮਤ ਤੇ ਬਖਸ਼ਿਸ਼ ਬਣੀ ਹੈ, ਜੋ ਸਤਿਗੁਰੂ ਜੀ ਆਪ ਤੁਰਠੇ ਨੇ ਜੀਵਨ ਦੀ ਮਹੌਲਤ ਬਖਸ਼ੀ ਹੈ ਤੇ ਇਹਨਾਂ ਸਵਾਸਾਂ ਨੂੰ ਸਫਲ ਬਣਾਉਂਦਿਆਂ ਹੋਇਆਂ ਰੋਜ਼ਾਨਾ ਹੀ ਗਲੋਬਲ ਗੁਰਬਾਣੀ ਵਿਚਾਰ ਦੇ ਮੰਚ ਤੋਂ ਸਾਹਿਬੇ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਲੈ ਕੇ ਹਾਜ਼ਰ ਹੁੰਨੇ ਆ, ਜਿਸ ਵਿੱਚ ਹੁਣ ਤੱਕ ਸ਼੍ਰੀ ਰਾਗ ਦੇ ਅਸ਼ਟਪਦੀਆਂ ਦੇ ਸਾਹਿਬ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ 14 ਨੰਬਰ ਸ਼ਬਦ ਤੱਕ ਵਿਚਾਰ ਕਰ ਚੁੱਕੇ ਹਾਂ। ਅੱਜ ਜਿਹੜਾ ਸ਼ਬਦ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਇਹ 15ਵਾਂ ਨੰਬਰ ਸ਼ਬਦ ਹੈ, 15 ਨੰਬਰ ਸ਼ਬਦ ਹੈ ਸ਼੍ਰੀ ਰਾਗ ਦੀਆਂ ਅਸ਼ਟਪਦੀਆਂ ਦੇ ਵਿੱਚੋਂ।
ਸਾਹਿਬ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਰਸਨਾ ਤੋਂ ਮੁਖਾਰਬਿੰਦ ਤੋਂ ਉਚਾਰਨ ਹੋਇਆ ਹੈ। ਸ਼ਬਦ ਦੇ ਕੁੱਲ 8 ਪਦੇ ਨੇ ਤੇ ਇੱਕ ਪਦਾ ਰਹਾਉ ਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪੰਨਾ ਨੰਬਰ 62 ਤੋਂ 63 ਤੱਕ 62 to 63 ਤੱਕ ਇਹ ਸ਼ਬਦ ਸੁਭਾਏਮਾਨ ਹੈ। ਰਹਾਉ ਦੀਆਂ ਪੰਕਤੀਆਂ ਤੋਂ ਵਿਚਾਰ ਪ੍ਰਾਰੰਭ ਕਰਦੇ ਹਾਂ। ਸਤਿਗੁਰੂ ਜੀ ਇਸ ਪਾਵਨ ਸ਼ਬਦ ਵਿੱਚ ਕੀ ਸਮਝਾ ਰਹੇ ਨੇ। ਭਾਈ ਰੇ ਤਨ ਧਨ ਸਾਥ ਨਾ ਹੋਏ। ਸਤਿਗੁਰੂ ਜੀ ਹਮੇਸ਼ਾ ਹੀ ਇਹ ਗੱਲ ਸਮਝਾਉਂਦੇ ਨੇ। ਤਕਰੀਬਨ ਸਮੁੱਚੀ ਗੁਰਬਾਣੀ ਦੇ ਵਿੱਚ ਇਹ ਗੱਲ ਬਾਰ-ਬਾਰ ਸਮਝਾਈ ਜਾ ਰਹੀ ਹੈ ਕਿ ਐ ਮਨੁੱਖ, ਜਿਸ ਤਨ ਦਾ ਤੂੰ ਹੰਕਾਰ ਕਰਦਾ ਹੈ, ਜਿਸ ਬਲ ਦਾ ਹੰਕਾਰ ਕਰਦਾ ਹੈ, ਜਿਸ ਜ਼ੋਰ ਦਾ ਹੰਕਾਰ ਕਰਦਾ ਹੈ, ਤੇ ਆ ਜਿਸ ਧਨ ਦਾ ਹੰਕਾਰ ਕਰਦਾ ਹੈ, ਚੇਤਾ ਰੱਖੀ ਇਹ ਕੁਝ ਵੀ ਤੇਰੇ ਨਾਲ ਨਹੀਂ ਜਾਣਾ। ਭਾਈ ਰੇ ਤਨ ਧਨ ਸਾਥ ਨਾ ਹੋਏ। ਨਾ ਤੇਰਾ ਤਨ ਤੇਰੇ ਨਾਲ ਰਹਿਣਾ ਹੈ, ਨਾ ਇਹ ਧਨ ਤੇਰੇ ਨਾਲ ਰਹਿਣਾ ਹੈ। ਇਹਨਾਂ ਚੋਂ ਕੋਈ ਵੀ ਚੀਜ਼ ਤੇਰੇ ਨਾਲ ਨਹੀਂ ਨਿਭਣੀ। ਪਰ ਮਨੁੱਖ ਬਹੁਤ ਹੰਕਾਰੀ ਹੈ। ਆਪਣੀ ਪਾਵਰ ਦੇ ਨਸ਼ੇ ਦੇ ਵਿੱਚ, ਸਰੀਰ ਦੇ ਬਲ ਦੇ ਨਸ਼ੇ ਦੇ ਵਿੱਚ, ਪੈਸੇ ਦੇ ਜ਼ੋਰ ਦੇ ਉੱਪਰ ਆਪਣੇ ਆਪ ਨੂੰ ਬਹੁਤ ਵੱਡਾ ਧਨਾੜ ਸਮਝਦਾ ਹੈ ਤੇ ਹਰ ਚੀਜ਼ ਖਰੀਦਣ ਦੀ ਕੋਸ਼ਿਸ਼ ਕਰਦਾ ਹੈ। ਕੱਲ ਤਨ ਧਨ ਸਾਥ ਨਾ ਹੋਏ। ਹੇ ਮੇਰੇ ਵੀਰ, ਇਹ ਸਰੀਰ, ਇਹ ਧਨ ਤੇਰੇ ਨਾਲ ਕੁਝ ਵੀ ਨਹੀਂ ਨਿਭਣਾ, ਕੁਝ ਵੀ ਤੇਰੇ ਨਾਲ ਨਹੀਂ ਜਾਣਾ। ਜਿੱਦਣ ਇਹ ਸਵਾਸ ਨਿਕਲ ਗਏ ਸਭ ਇੱਥੇ ਹੀ ਰਹਿ ਜਾਣਾ ਹੈ। ਜੇ ਕੋਈ ਚੀਜ਼ ਤੇਰੇ ਨਾਲ ਨਿਭਣ ਵਾਲੀ ਹੈ, ਉਹ ਕੀ ਹੈ? ਰਾਮ ਨਾਮ ਧਨ ਨਿਰਮਲੋ, ਗੁਰਦਾਤ ਕਰੇ ਪ੍ਰਭ ਸੋਏ। ਪਰਿਪੂਰਨ ਪਰਮਾਤਮਾ ਦਾ ਨਾਮ, ਭਾਵ ਉਹਦੇ ਸ਼ੁਭ ਗੁਣ ਹੀ ਐਸਾ ਧਨ ਹੈ ਜੋ ਨਿਰਮਲ ਆ। ਰਾਮ ਨਾਮ ਧਨ ਨਿਰਮਲੋ, ਪਰਮਾਤਮਾ ਦਾ ਨਾਮ ਰੂਪੀ ਧਨ, ਉਹਦੇ ਸ਼ੁਭ ਗੁਣ ਰੂਪੀ ਧਨ, ਇਹ ਜਿਹੜਾ ਕੀਮਤੀ ਧਨ ਆ ਨਾ, ਇਹੀ ਮੈਲ ਤੋਂ ਰਹਿਤ ਆ, ਇਹੀ ਨਿਰਮਲ ਆ। ਗੁਰਦਾਤ ਕਰੇ ਪ੍ਰਭ ਸੋਏ। ਪਰ ਇਹ ਧਨ ਮਿਲਦਾ ਕਿਹਨੂੰ ਹੈ? ਜਿੱਤੇ ਸਤਿਗੁਰੂ ਦੀ ਰਹਿਮਤ ਹੋ ਜਾਵੇ, ਜੋ ਗੁਰੂ ਦੀ ਮੱਤ ਤੇ ਤੁਰਨ ਲੱਗ ਪਵੇ, ਜੋ ਗੁਰੂ ਜੀ ਦੇ ਗਿਆਨ ਤੇ ਤੁਰੇ। ਗੁਰਦਾਤ ਕਰੇ, ਜਿੱਤੇ ਗੁਰੂ ਜੀ ਆਪ ਬਖਸ਼ਿਸ਼ ਕਰਕੇ ਉਸ ਨੂੰ ਇਹ ਸੱਚ ਸੁੱਚ ਨਿਰਮਲ ਪ੍ਰਮਾਤਮਾ ਦੇ ਪ੍ਰੇਮ ਤੇ ਗੁਰੂ ਦੇ ਸ਼ਬਦ ਰਾਹੀਂ ਗੁਣਾਂ ਦੀ ਦਾਤ ਬਖਸ਼ ਦਵੇ। ਫਿਰ ਕੀ ਹੁੰਦਾ ਹੈ? ਪ੍ਰਭ ਸੋਏ। ਫਿਰ ਉਹ ਪ੍ਰਮਾਤਮਾ ਦੇ ਨਾਲ ਇਕਮਿਕ ਹੋ ਜਾਂਦਾ ਹੈ, ਨਿਰੰਕਾਰ ਦੇ ਨਾਲ ਉਹਦੀ ਸਾਂਝ ਬਣ ਜਾਂਦੀ ਹੈ ਜੀਵਨ ਦੀ। ਇਹ ਰਹਾਉ ਦੀਆਂ ਪੰਕਤੀਆਂ ਹਨ। ਪਹਿਲਾ ਸ਼ਬਦ ਹੈ, ਪਹਿਲਾ ਬੰਦ ਹੈ ਪਾਵਨ ਸ਼ਬਦ ਦਾ। ਸ਼੍ਰੀ ਰਾਗ ਮਹੱਲਾ ਪਹਿਲਾ। ਚਿੱਤੇ ਦਿਸੈ ਧੌਲ ਹਰ, ਬੱਗੇ ਬੰਕ ਦੁਆਰ। ਸਤਿਗੁਰੂ ਜੀ ਦੇ ਸਮਝਾਉਣ ਦਾ ਬੜਾ ਪਿਆਰਾ ਤਰੀਕਾ ਹੈ। ਤਮਾਮ ਉਦਾਹਰਨਾਂ ਦਿੰਦੇ ਨੇ ਕਿ ਮਨੁੱਖ ਨੂੰ ਗੱਲ ਸਮਝ ਵਿੱਚ ਆ ਜਾਵੇ, ਮਨੁੱਖ ਦੀ ਜ਼ਿੰਦਗੀ ਗੁਰਮਤ ਦੇ ਦਾਇਰੇ ਵਿੱਚ ਆ ਜਾਵੇ, ਮਨੁੱਖ ਦੇ ਵਿੱਚੋਂ ਮਨਮਤ ਮਿਟ ਜਾਵੇ। ਪਰ ਮਨੁੱਖ ਦਾ ਸੁਭਾਅ ਐਸਾ ਬਣਿਆ ਹੈ ਕਿ ਇਹ ਦਿਸਦੀ ਚੀਜ਼ ਤੇ ਭਰੋਸਾ ਕਰਦਾ ਹੈ, ਪਰ ਜਿਹੜੀ ਚੀਜ਼ ਨਜ਼ਰ ਨਹੀਂ ਆਉਂਦੀ ਉਹ ਤੋਂ ਇਹ ਕੰਨੀ ਕਤਰਾਉਂਦਾ ਹੈ। ਜਦ ਕਿ ਸਤਿਗੁਰ ਦੀ ਮੱਤ, ਗੁਰੂ ਸ਼ਬਦ ਤੇ ਚੱਲ ਕੇ ਹੀ ਪਰਮਾਤਮਾ ਦੀ ਸੋਝੀ ਪੈਂਦੀ ਹੈ, ਪਰਮਾਤਮਾ ਦੀ ਸਮਝ ਪੈਂਦੀ ਹੈ, ਤੇ ਇਹ ਜੀਵਨ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜਦਾ ਹੈ। ਤੋ ਸਾਹਿਬ ਜੀ ਪਹਿਲਾ ਬੰਦ ਕਿਰਪਾ ਦੇ ਘਰ ਵਿੱਚ ਆ ਕੇ ਬਖਸ਼ਿਸ਼ ਕਰ ਰਹੇ ਨੇ। ਚਿੱਤੈ ਦਿਸੈ ਧੌਲ ਹਰ, ਬੱਗੇ ਬੰਕ ਦਵਾਰ। ਚਿੱਤੇ ਦਾ ਅਰਥ ਆ ਚਿੱਤਰੇ ਹੋਏ, ਚੇਤੇ ਕੀਤੇ ਹੋਏ, ਜਿਹਨੂੰ ਸੁਪਨਿਆਂ ਦੇ ਵਿੱਚ ਡ੍ਰੀਮਸ ਕਹਿ ਲਓ। ਧੌਲ ਹਰ ਦਾ ਅਰਥ ਆ ਮਹਿਲ ਮਾੜੀਆਂ, ਉੱਚੇ ਉੱਚੇ ਬੰਗਲੇ, ਉੱਚੇ ਉੱਚੇ ਸੋਹਣੇ ਘਰ। ਬੱਗੇ ਦਾ ਅਰਥ ਹੈ ਚਿੱਟੇ। ਜਿਹੜਾ ਬੱਗੇ ਸ਼ਬਦ ਆ ਨਾ, ਇਹ ਚਿੱਟੇ ਵਾਸਤੇ ਵਰਤਿਆ ਜਾਂਦਾ ਹੈ, ਚਿੱਟੇ ਰੰਗ ਦੇ ਵਾਸਤੇ। ਬੰਕੇ, ਬੰਕੇ ਦਾ ਅਰਥ ਹੈ ਸੋਹਣੇ, ਖੂਬਸੂਰਤ। ਚਿੱਤੈ ਦਿਸੈ ਧੌਲ ਹਰ, ਬੱਗੇ ਬੰਕ ਦਵਾਰ। ਚਿੱਤੇ ਦਾ ਅਰਥ ਆ ਸਾਹਿਬ ਕਹਿੰਦੇ, ਹੇ ਮੇਰੇ ਮਨ,
ਜਿਹੜੇ ਤੂੰ ਆਪਣੇ ਸੁਪਨਿਆਂ ਦੇ ਵਿੱਚ ਵੱਡੇ ਵੱਡੇ ਮਹਿਲ ਮਾੜੀਆਂ ਜਿਹੜੀਆਂ ਚਿਤਵਦਾ ਨਾ, ਜਿਹੜੇ ਆਪਣੇ ਸੁਪਨਿਆਂ ਦੇ ਵਿੱਚ ਤੂੰ ਵੱਡੇ ਵੱਡੇ ਬੰਗਲੇ ਚਿਤਾਰਦਾ ਹੈ, ਚੇਤੇ ਕਰਦਾ ਹੈ, ਉਹਨਾਂ ਨੂੰ ਉਸਾਰਦਾ ਹੈ, ਜਿਹੜੇ ਬਹੁਤ ਖੂਬਸੂਰਤ ਦਿਸਦੇ ਹਨ, ਉਹਨਾਂ ਦੇ ਦਰਵਾਜ਼ੇ ਬੜੇ ਖੂਬਸੂਰਤ ਨੇ, ਬੜਾ ਆਦਿਕ ਇਹ ਬੜਾ ਤੂੰ ਉਹਦੇ ਵਿੱਚ ਆਪਣੇ ਜੀਵਨ ਨੂੰ ਜੋੜਦਾ ਹੈ ਕਿ ਮੇਰੇ ਇਹੋ ਜਿਹੇ ਘਰ ਹੋਣਗੇ, ਇਹੋ ਜਿਹੇ ਮੇਰੇ ਬੰਗਲੇ ਹੋਣਗੇ, ਇਹੋ ਜਿਹੀਆਂ ਮੇਰੀਆਂ ਗੱਡੀਆਂ ਹੋਣਗੀਆਂ, ਜਿਹੜੇ ਤੂੰ ਇਹ ਚਿਤਵਦਾ ਨਾ। ਕਰ ਮਨ ਖੁਸ਼ੀ ਉਸਾਰਿਆ ਦੂਜਾ ਹੇਤ ਪਿਆਰ। ਪਰ ਚੇਤਾ ਰੱਖੀ, ਇਹ ਸੁਪਨਿਆਂ ਦੇ ਵਿੱਚ ਜੇ ਪ੍ਰਮਾਤਮਾ ਦੀ ਰਹਿਮਤ ਨਹੀਂ, ਇਹਨਾਂ ਸੁਪਨਿਆਂ ਵਿੱਚ ਕਰ ਮਨ ਖੁਸ਼ੀ ਉਸਾਰਿਆ, ਜਿਹੜੀਆਂ ਮਾਇਆ ਦੇ ਪਿੱਛੇ ਲੱਗ ਕੇ, ਪਦਾਰਥਾਂ ਦੇ ਪਿੱਛੇ ਲੱਗ ਕੇ ਜਿਹੜੀਆਂ ਖੁਸ਼ੀਆਂ ਦੇ ਨਾਲ ਤੂੰ ਇਹ ਬੰਗਲੇ ਮਹਿਲ ਮਾੜੀਆਂ ਉਸਾਰੀਆਂ ਨਾ, ਪਰ ਇਹਦੇ ਵਿੱਚ ਜੇ ਤੇਰੇ ਚਿੱਤ ਵਿੱਚ ਪ੍ਰਮਾਤਮਾ ਦਾ ਪ੍ਰੇਮ ਨਹੀਂ, ਦੂਜਾ ਹੇਤ ਪਿਆਰ, ਜੇ ਇਹ ਮਾਇਆ ਦੇ ਮੋਹ ਦੇ ਵਿੱਚ ਆ, ਫਿਰ ਇਹ ਕਿਸੇ ਕੰਮ ਦਾ ਨਹੀਂ। ਇਵੇਂ ਇਹ ਸਰੀਰ ਦੀ ਗੱਲ ਹੈ। ਆਹ ਜਿਹੜਾ ਸੋਹਣਾ ਸਰੀਰ ਹੈ, ਇਹ ਵੀ ਇੱਕ ਘਰ ਹੈ। ਅਸੀਂ ਇਸ ਸਰੀਰ ਨੂੰ ਪਾਲਦੇ ਹਾਂ, ਪੋਸ਼ਦੇ ਹਾਂ, ਇਸ ਸਰੀਰ ਨੂੰ ਸ਼ਿੰਗਾਰਦੇ ਹਾਂ, ਸੋਹਣੇ ਵਸਤਰ ਪਾਉਂਦੇ ਹਾਂ, ਤੇ ਇਸ ਸਰੀਰ ਤੇ ਬੜਾ ਮਾਣ ਕਰਦੇ ਹਾਂ, ਅਹੰਕਾਰ ਕਰਦੇ ਹਾਂ। ਕੋਈ ਕਹਿੰਦਾ ਮੈਂ ਬੜਾ ਖੂਬਸੂਰਤ ਹਾਂ, ਕੋਈ ਕਹਿੰਦਾ ਮੇਰੇ ਬੜਾ ਜਵਾਨ ਆ, ਕੋਈ ਕਹਿੰਦਾ ਮੇਰੇ ਕੋਲ ਬੜਾ ਜੋਸ਼ ਹੈ, ਮੇਰੇ ਕੋਲ ਬੜੀ ਤਾਕਤ ਹੈ। ਪਰ ਸਤਿਗੁਰੂ ਕਹਿੰਦੇ, ਜਿਹਨੂੰ ਤੂੰ ਉਸਾਰਦਾ ਪਿਆ, ਜਿਸ ਤਨ ਨੂੰ ਤੂੰ ਪਾਲਦਾ ਪਿਆ, ਕੀ ਇਸ ਤਨ ਵਿੱਚ ਝਾਤੀ ਮਾਰ ਕੇ ਵੇਖ, ਕਦੀ ਪ੍ਰਮਾਤਮਾ ਦਾ ਵੀ ਸ਼ੁਕਰਾਨਾ ਹੈ? ਕਦੀ ਤੂੰ ਨਿਰੰਕਾਰ ਦਾ ਸ਼ੁਕਰਗੁਜ਼ਾਰ ਹੋਇਆ ਕਿ ਵਾਹਿਗੁਰੂ ਜੀ ਤੂੰ ਮੈਨੂੰ ਨੇਤਰ ਦਿੱਤੇ ਨੇ? ਕਿਤੇ ਪੁੱਛ ਕੇ ਵੇਖ ਉਹਨਾਂ ਨੇਤਰਹੀਨ ਮਨੁੱਖਾਂ ਨੂੰ ਜਿਹੜੇ ਨੇਤਰਾਂ ਤੋਂ ਤਰਸਦੇ ਨੇ। ਤੈਨੂੰ ਰੱਬ ਨੇ ਨੇਤਰ ਦਿੱਤੇ ਨੇ, ਤੈਨੂੰ ਸੁਣਨ ਦੀ ਸ਼ਕਤੀ ਦਿੱਤੀ ਹੈ। ਸਤਿਗੁਰੂ ਗੁਰਦੇਵ ਜੀ ਮਹਾਰਾਜ ਨੇ ਇੱਕ ਬੜਾ ਪਿਆਰਾ ਬਚਨ ਕਿਹਾ ਸੁਖਮਨੀ ਸਾਹਿਬ ਦੇ ਵਿੱਚ। ਕਹਿੰਦੇ, ਚੇਤਾ ਰੱਖੀ 10 ਵਸਤੂ ਲੈ ਪਾਛੈ ਪਾਵੈ, ਏਕ ਬਸਤ ਕਾਰਨ ਵੀ ਖੋਟ ਗਵਾਵੈ। ਕਹਿੰਦੇ 10 ਤੈਨੂੰ ਰੱਬ ਨੇ ਦਿੱਤੀਆਂ ਨੇ, ਤੂੰ ਉਹਨੂੰ ਪਿੱਛੇ ਪਾ ਕੇ ਇੱਕ ਨਹੀਂ ਮਿਲਦੀ ਤੇ ਉਹਦੇ ਵਾਸਤੇ ਰੌਲਾ ਪਾਉਣ ਲੱਗ ਪੈਂਦਾ ਹੈ ਵੀ ਮੈਨੂੰ ਰੱਬ ਨੇ ਆਹ ਨਹੀਂ ਦਿੱਤਾ। ਤੇ ਜੇ ਚੇਤਾ ਰੱਖੀ ਏਕ ਵੀ ਨਾ ਦੇ, ਜੇ ਉਹ ਇੱਕ ਵੀ ਨਾ ਦਿੰਦਾ, 10 ਵੀ ਹਿਰ ਲੈ, ਆ ਜਿਹੜੀਆਂ ਤੈਨੂੰ ਦਿੱਤੀਆਂ ਇਹ ਵੀ ਖੋਹ ਲਵੇ, ਤਾਂ ਉਹ ਮੂੜਾ ਕੋ ਕਰੇ। 10 ਤੇਰਾ ਰੱਬ ਅੱਗੇ ਕੀ ਜ਼ੋਰ ਆ ਭਾਈ? ਕੋਈ ਚੱਲੂਗੀ ਤੇਰੇ ਉਹਦੇ ਅੱਗੇ? ਜੋ ਤੈਨੂੰ ਉਹ ਦੇ ਰਿਹਾ, ਜੋ ਕੁਝ ਉਹਨੇ ਤੇਰੀਆਂ ਝੋਲੀਆਂ ਚ ਪਾਇਆ, ਕਿੱਥੇ ਤੂੰ ਕੱਲ ਖਲੋਤਾ ਸੀ, ਕਿੱਥੇ ਤੂੰ ਅੱਜ ਖਲੋਤਾ? ਕਿਤੇ ਝਾਤੀ ਤੇ ਮਾਰ ਕੇ ਵੇਖ। ਕਿਤੇ ਆਪਣੇ ਤੋਂ ਨੀਵਿਆਂ ਵੱਲ ਵੇਖੀਦਾ ਹੁੰਦਾ ਕਿ ਜਿਹੜੇ ਛੋਟੇ ਨੇ, ਜਿਨ੍ਹਾਂ ਨੂੰ ਵਿਚਾਰਿਆਂ ਦੇ ਕੋਲ ਰੋਟੀ ਆਤਰ ਨੇ, ਕਈ ਰੋਟੀ ਤੋਂ ਜਿਹੜੇ ਕੂੜੇ ਕਬਾੜੇ ਦੇ ਵਿੱਚੋਂ ਭੋਜਨ ਚੁੱਕ ਕੇ ਕਈ ਖਾਂਦੇ ਨੇ, ਕਿਤੇ ਉਹਨਾਂ ਵੱਲ ਹੀ ਝਾਤੀ ਮਾਰ ਕੇ ਵੇਖ ਲਾ, ਰੱਬ ਨੇ ਤੈਨੂੰ ਕਿੰਨਾ ਸੋਹਣਾ ਜੀਵਨ ਦਿੱਤਾ ਹੈ। ਸਭ ਕਹਿੰਦੇ ਕਰ ਮਨ ਖੁਸ਼ੀ ਉਸਾਰਿਆ ਦੂਜਾ ਹੇਤ ਪਿਆਰ। ਕਹਿੰਦੇ ਪਰ ਇਹ ਅੰਦਰੋਂ ਖਾਲੀ ਰਹਿਣ ਵਾਲਾ ਇਹ ਸਰੀਰ ਅੰਦਰੋਂ ਮਿੱਟੀ ਹੋਇਆ ਪਿਆ ਹੈ, ਬਾਹਰੋਂ ਬੜਾ ਖੂਬਸੂਰਤ ਹੈ, ਅੰਦਰੋਂ ਸਭ ਕੁਝ ਢਹਿ ਢੇਰੀ ਹੋਇਆ ਪਿਆ ਹੈ, ਕਿਉਂਕਿ ਅੰਦਰ ਸਿਰਫ ਤੇ ਸਿਰਫ ਮਾਇਆ ਦਾ ਮੋਹ ਹੈ, ਅੰਦਰ ਸਿਰਫ ਤੇ ਸਿਰਫ ਮਾਇਆ ਦੀ ਤੜਫ ਹੈ। ਅੰਦਰ ਖਾਲੀ ਪ੍ਰੇਮ ਬਿਨ ਢਹਿ ਢੇਰੀ ਤਨ ਸ਼ਾਰ। ਸੱਚ ਜਾਣਿਓ ਹਾਲਤ ਇਹੀ ਹੈ ਸਾਡੀ। ਬਾਹਰੋਂ ਬੜਾ ਲਿਸ਼ਕਿਆ ਪੁਸ਼ਕਿਆ ਹੈ, ਬਾਹਰੋਂ ਬੜਾ ਸ਼ਿੰਗਾਰਿਆ, ਅੰਦਰ ਦੁੱਖਾਂ ਦਾ ਪਹਾੜ ਡਿੱਗੇ ਪਏ ਨੇ। ਅੰਦਰ ਇਸ ਸਰੀਰ ਦੇ ਵਿੱਚ ਪਤਾ ਨਹੀਂ ਕਿੰਨੀ ਈਰਖਾ ਹੈ, ਕਿੰਨੀ ਨਫ਼ਰਤ ਹੈ, ਕਿੰਨੀ ਜੈਲਸੀ ਹੈ, ਕਿੰਨੀ ਬੇਈਮਾਨੀ ਹੈ। ਹਿਰਦੇ 'ਚ ਤੇ ਪ੍ਰੇਮ ਹੀ ਨਹੀਂ, ਕਿਸੇ ਵਾਸਤੇ ਕੁਝ ਕਰਨ ਦੀ ਭਾਵਨਾ ਹੀ ਨਹੀਂ। ਸਭ ਕਹਿੰਦੇ ਪ੍ਰੇਮ ਤੋਂ ਬਿਨਾਂ ਇਹ ਸਰੀਰ ਕੀ ਹੈ? ਢਹਿ ਢੇਰੀ ਹੋਇਆ ਪਿਆ ਹੈ ਤੇ ਇੱਕ ਸਵਾਹ ਦੀ ਮੁੱਠ ਹੈ, ਇਹ ਤੋਂ ਜ਼ਿਆਦਾ ਕੁਝ ਨਹੀਂ। ਭਾਈ ਰੇ ਤਨ ਧਨ ਸਾਥ ਨਾ ਹੋਏ। ਇਹ ਮੇਰੇ ਮਨ, ਇਹ ਮੇਰੇ ਵੀਰ, ਜਿਸ ਤਨ ਦਾ ਹੰਕਾਰ ਕਰਦਾ, ਜਿਸ ਧਨ ਦਾ ਹੰਕਾਰ ਕਰਦਾ, ਇਹ ਕੋਈ ਵੀ ਤੇਰੇ ਸਾਥ ਨਹੀਂ ਰਵੇਗਾ। ਜੇ ਕੋਈ ਸਾਥ ਤੇਰੇ ਰਵੇਗਾ, ਰਾਮ ਨਾਮ ਧਨ ਨਿਰਮਲੋ, ਗੁਰਦਾਤ ਕਰੇ ਪ੍ਰਭ ਸੋਏ। ਜੇ ਕੋਈ ਤੇਰੇ ਨਾਲ ਰਹਿਣ ਵਾਲੀ ਚੀਜ਼ ਆ ਨਾ, ਉਹ ਪ੍ਰਮਾਤਮਾ ਦੇ ਨਾਲ ਗੁਜ਼ਾਰੇ ਹੋਏ ਉਹ ਪਲ, ਜਿਹਦੇ ਵਿੱਚ ਤੂੰ ਪ੍ਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕੀਤਾ ਹੈ। ਸਤ ਸੰਤੋਖ ਦਾ ਜੀਵਨ, ਨਿਮਰਤਾ ਪ੍ਰੇਮ ਹਲੀਮੀ ਦਾ ਜੀਵਨ, ਆਦਿਕ ਇਹ ਮਿੱਠੇ ਨਿਰਮਲ ਗੁਣ ਜੇ ਤੇਰੇ ਹਿਰਦੇ ਵਿੱਚ ਨੇ ਨਾ,
समझ ली गुरु दात करे प्रभ सोए। इस तो वड्डी दात नहीं गुरु कोलों मिल सकती। इस तो वड्डी होर की दात होएगी कि सतगुरु तेरे अंदर शुभ गुण प्रगट कर देण, तेरे अंदर प्रेम पैदा कर देण ते तेरे हिरदे दे विच परमात्मा वसदा नज़र आउण लग पवे कि तैनूं सारी मानवता दे नाल प्रेम ते सांझ बन जावे। हर एक विच परमात्मा दी जोत दिसण लग पवे। रहाओ अगला बंद है, राम नाम धन निर्मलो जे देवै देवनहार। सब कहते इक्को एक चीज निर्मल है इस जगत में जिहड़ी मैल तो रहत है, वो परमात्मा है। तो उस परमात्मा दे चंगे गुण ने, शुभ गुण ने जो मैल तो रहत है, जिहदे उपर कोई मैल नहीं। पर यह धन मिलना कित्थों है? जे देवै देवनहार। ये धन मिलना है परमात्मा तो, उहदे अगे अरदासां करके, बेनतियां करके, मिन्नतां करके। ते जे वो तरस खा के तेरी झोली दे विच ये शुभ गुणा रूपी धन पा दवे ना, ये दातां तेरी झोली च पा दवे, ते तेरे वर्गा राजा ते अमीर कोई हो ही नहीं सकता। आ गए पूछ ना होवई जिस बेली गुरु करतार। चेता रखी, फिर कदी भी तेरी जिंदगी दे विच पुछ पड़ताल नहीं होवेगी। कदी तेरे जीवन दे विच ये जम विकार आके तेनू टॉर्चर नहीं करनगे, क्योंकि की होवेगा, तेरा बेली कौन है? जिस बेली गुरु करतार, जिहदा बेली परमात्मा वाहिगुरु करतार गुरु आप बन जावे। जिहदा बेली, जिहदा मित्र, जिहदा दोस्त परमात्मा बन जावे, फिर उन्होंने कौन पुछूगा? उन्होंने कोई नहीं पुछ सकता। सो जिहदा बेली निरंकार आ ना, जिहदा बेली जिन्हें परमात्मा नूं बना लिया, जिन्हें अपना दोस्त परमात्मा नूं बना लिया, फिर वो दुनिया का सरमायादार है, राजा है, बादशाह है, पातशाह है, क्योंकि उहदे कोल शुभ गुण रूपी धन है, शुभ गुणा रूपी खजाना है। आप छड़ाए छुट्टी है आपे बख्शणहार। पर यह गल चेते रखी, ये तेरी कोई है नहीं जोर जबरदस्ती कि तू अपनी मर्जी के नाल इथों हट सके। ये ना किते सोची, जे किते तेरा जीवन निर्मल हो रहा है ना, तेरे जीवन दे विच चंगे गुण आके वस रहे ने, तेरे जीवन दे विच मित्रता प्रेम परमात्मा दा बन रहा है, ये ना सोची भी ये मैं कीता है। ये अरदास करी, हे परमात्मा जी तुसी आप कृपा कीती है, तुसी आप रहमत करके मैनू इन्हां विकारां तो छुड़ा लिया है। ये तुहाडी बख्शिश है, तुसी आप कृपा करके आप छड़ाई छुट्टी है, तुसी आप कृपा कीती है तो मैं विकारां तो छुट सकिया। आपे बख्शणहार, ये तेरी ही बख्शिश है, तेरी ही रहमत है। अगला बंद है, मन मुख जान है अपने धीआं पुत संजोग। सब कहते परमात्मा की रजा के अनुसार ही जगत दे विच धीआं पुत्रां दा मेल आ बनता है। पर यह जिहड़ा मन के मत पिछे लगन वाला मनुख है ना, अपने मन के पिछे तुरन वाला है, ये इन्हां नूं ही सब कुछ समझ के बह जाता है, इन्हां नूं ही सब कुछ अपनी जिंदगी का मूल आधार समझ लैंदा है कि बस ये धीआं पुत ये परिवार ही सब कुछ है। इसे करके बहु प्रपंच कर परतन लियावै, सुधारा पियान लटावै। इसे करके धोखा कर लग्या भी नहीं सोचता, बेईमानी कर लग्या भी नहीं सोचता, पर उथों लुटदा है, बेईमानी करदा है, धन आदि इकट्ठा करदा है ते आके लुटाउंदा किते है? अपने धीआं पुत्रां परिवार ते। अपने वास्ते तो कुछ भी नहीं खटदा। सारी जिंदगी धोखा करदा रहा, मिलावट वाला भोजन खवाउंदा रहा, हर जगह मिलावट करदा रहा, रिश्वतां लैंदा रहा, करप्शन करदा रहा। किहदे वास्ते? धीआं पुत्रां वास्ते। ते जदों धी पुत्र जवान होए, उन्होंने लत्त मार के घरों बाहर कढ़ दिता। हुण जे बंगला ही बनाया सी, जो धन इकट्ठा कीता सी, वो भी कोई नाल सांभण वाला नहीं। हुण पुत्रां ने कढ़ दिता घरों बाहर, ते हुण टुट्टियां कुलियां दे विच, सड़कां दे कंढियां दे उत्ते, अनाथालयां दे विच, बिरध आश्रमां दे विच जीवन जीउ रिहा। फिर उदण तो जरूर ये गल चेते करदा होवेगा कि जिन्हां धीआं पुत्रां वास्ते इन्नी बेईमानी कीती, इन्ना धन इकट्ठा कीता, ना धीआं पुत्र है ना वो बेईमानी दा धन रहा। ये तो जिहो जिहा बीजांगे उहो जिहा पावांगे। मनमुख जाणे अपने धीआं पुत संजोग।
अपनी मन की मत पिछे लगन वाला मनुख सारी जिंदगी इन्हां धीआं पुत्रां वास्ते ही अपनी जिंदगी लाउंदा रहिंदा है ते सोचदा है सब कुछ मेरा ही है। नारी देख विकसियां नाले हर किस सोग। मन की मत पिछे लगन वाले जिहड़े बंदे ने ना, सब कहते सारा दिन इस्त्रियां वेख वेख के खुश होई जाते हैं। किड्डी कमाल की गल गुरु जी ने की है। कैसी मैल अख दे विच भरी है कि जिहड़ा मनुख मैला है, जिहदी अखां दे विच मैल है, वो इस्त्री नूं ना मां रूप दे विच वेखदा है ना धी रूप दे विच वेखदा है। वो तो गंदगी भरीआं अखां ने ओहदियां ते बस फिर औरत वाल वेख के कटाक कसदा है, कमेंट पास करदा है। ये नहीं वेखदा कि मेरी धी दी उम्र दी है, मेरी मां दी उम्र दी है, मेरी भैन है। इतने गंदे गंदे बोल मूँह चों कढ़दा है। सब कहते फिर की करदा है। नाले हरख सोग अपने मित्रां दोस्तां नाल बह के खुशी दे कटास कसदा है, कमेंट पास करदा है ते उहदे विचों खुशी समझदा है, उहदे विचों खेड़ा समझदा है कि शायद ये सब कीतियां मन नूं चाव मिलदा है, खेड़ा मिलदा है। पर सब कहते चेता रखी ये जीवन तेरा बर्बादी वाले रस्ते ते जा रहा है। ये जिहड़ी तेरी अख मैली है ना, एक दिन तेनू ऐसी जगह सुटेगी जाके कि तू किते मूँह विखाउण जोगा भी नहीं रवेगा। गुरमुख शब्द रंगावले अहनिस हर रस भोग। गुरमुख शब्द जिहड़े गुरु दे सन्मुख रह के गुरु दे शब्द दे विच जीवन जीउण वाले जिहड़े ने ना गुरमुख, वो अपने जीवन नूं गुरु दी मत विच रंग लैंदे ने, अपने जीवन चों मनमत कढ लैंदे ने। ऐनिस हर रस भोग ते दिन रात वो आत्मक जीवन देण वाले गुरु शब्द की खुराक नूं अपने जीवन का भोजन बना लैंदे ने। वो सदा गुरु शब्द नूं अपने जीवन दी खुराक बना लैंदे ने। अगला बंद है, चित चलै वित जावणो साकत डोल डोलाए। चलै दा अर्थ है डोलदा है, वित दा अर्थ है धन, डोलाए दा अर्थ है मुड़ मुड़ डोलना। सब कहते मनमुख धन नूं सुख दा मूल समझदा है। मन की मत पिछे लगन वाला जिहड़ा है ना, वो सोचदा बई शायद धन जिहड़ा वा ना यही तमाम सुखां दा केंद्र है। इसे करके धन इकट्ठा करन वास्ते जिंदगी ला दिंदा है ते जदों इहदे कोलों ये धन छुटदा ना, धन जाण लगदा है तां इस साकत दा मन बहुत डोलदा है। साकत डोल डोलाए, ये बहुत डोलदा है, बड़ा झोरियां विच जांदा है कि मेरे कोलों मेरा धन खुसदा पिया है। बाहर ढूंढ विगुचीऐ घर मैं वस्त सोताए। विगुचीए दा अर्थ है खुआर होईदा है। वस्त परमात्मा रूपी नाम रूपी वस्तु, सुथाए थां सिर। सब कहते ये मनुख सारी जिंदगी सुख नूं बाहरों ढूंढदा रहिंदा है। बाहर दियां दातां चों पदार्थां चों सुख नहीं मिलदा, सगों खुआर होईदा है। साकत मनुख ये नहीं समझदा कि सुख दा मूल स्रोत, सुख दा मूल केंद्र परमात्मा है। परमात्मा जिहदे नाल है, जिहदे चित्त विच परमात्मा दे नाल प्रेम है, वो भावें टुट्टी कुल्ली विच होऊगा सुखी होऊगा। गुरु नानक साहब जी लालो दे कोल गए सी ना, लालो दे घर जाके रोटी खाधी लालो दी, क्योंकि लालो दी वो गरीबड़ा जिहा जीवन मलक भागो नालों उच्चा नज़र आया। मलक भागो धन की दुनिया दे नाल खरीदना चाहुंदा है धर्म नूं, जिवें अज साडे भी लोग ने जिन्हां ने धन सुट के वड्डे वड्डे प्रचारकां दे ज़मीर खरीद लए ने, जिहड़े इत्थों तक बोलण लग्गिया नहीं सोचदे। उही इहो जे प्रचारक जिहड़े अज तो कई साल पहलां कहिंदे ने कि जिहदे छोटे साहिबजादियां दा जिहड़ा शहीदी दिहाड़ा है उहदे विच थल्ले सौना चाहीदा है। उस दिनां दे विच कोई खुशी दे गीत नहीं गाउणे चाहीदे, कोई मंगलमय गीत नहीं गाउणे चाहीदे। इहो जे प्रचारक जिहड़े आप अपने कथावां च कहिंदे रहे ते अज चंद क रुपईयां वास्ते मुथाज हो के आप कह रहे ने भी उदण जिदण छोटे साहिबजादे जिदण वड्डे साहिबजादियां दा शहीदी पुरब आ ना, उदण ही 25 तरीक नूं गुरु गोबिंद सिंह दा प्रकाश पुरब इस करके मनाउणा है क्योंकि इतिहास विच लिखिआ है कि छोटे जिदण वड्डे साहिबजादियां दी शहीदी हुंदी है उदण गुरु गोबिंद सिंह दा प्रकाश पुरब सी।
ਹੁਣ ਇਹਨੂੰ ਬੰਦਾ ਇਹਨਾਂ ਨੂੰ ਪੁੱਛੇ ਕਿ ਜਿਸ ਦਿਨ ਛੋਟੇ ਸਾਹਿਬਜ਼ਾਦੇ, ਖਿਮਾ ਕਰਨਾ, ਜਾਂ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋ ਰਹੇ ਨੇ, ਜਾਂ ਛੋਟੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਜਾ ਰਹੇ ਨੇ, ਕਿ ਉਸ ਦਿਨ ਸਿੱਖ ਸੰਗਤ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਦਾ ਪੁਰਬ ਮਨਾ ਰਹੀ ਸੀ ਉਸ ਦਿਨ? ਪਰ ਇਹ ਬੜੀ ਸੋਚਣ ਦੀ ਗੱਲ ਹੈ, ਬੜੀ ਸਮਝਣ ਦੀ ਗੱਲ ਹੈ ਕਿ ਕੈਸੀ ਕਮਾਲ ਦੀ ਗੱਲ ਹੈ ਕਿ ਚੰਦ ਠੀਕਰੀਆਂ ਨੇ, ਚੰਦ ਧਨ ਦੀ ਉਸ ਠੰਠਨ ਨੇ ਸਾਡੇ ਜ਼ਮੀਰ ਖਰੀਦ ਲਏ ਨੇ, ਸਾਡੇ ਈਮਾਨ ਖਰੀਦ ਲਏ ਨੇ, ਕਿਉਂਕਿ ਅਸੀਂ ਧਨ ਨੂੰ ਹੀ ਸਭ ਕੁਝ ਸਮਝ ਲਿਆ ਹੈ। ਪਰ ਸਤਿਗੁਰੂ ਗੁਰਦੇਵ ਮਹਾਰਾਜ ਕਹਿੰਦੇ ਨੇ, ਜਿਹੜਾ ਮਨੁੱਖ ਗੁਰੂ ਦੀ ਗੱਲ ਨੂੰ ਲੁਕਾ ਲੈਂਦਾ ਹੈ, ਗੁਰੂ ਦੇ ਸਿਧਾਂਤ ਨੂੰ ਲੁਕਾਉਂਦਾ ਹੈ, ਉਹਦੀ ਜ਼ਿੰਦਗੀ ਤੇ ਬਸ ਮੁਰਦਿਆਂ ਵਾਲੀ ਹੁੰਦੀ ਹੈ। ਫਿਰ ਤੋਂ ਮਿਟਿਆ ਹੁੰਦਾ ਹੈ, ਮੁਰਦਾ ਹੋਇਆ ਹੁੰਦਾ ਹੈ, ਉਹ ਜਿਉਂਦੀ ਲਾਸ਼ ਘੁੰਮਦੀ ਹੈ, ਜੀਵਨ ਕਿਸੇ ਕੰਮ ਦਾ ਨਹੀਂ। ਬਾਹਰ ਢੂੰਡ ਵਿਗੋਚੀ ਹੈ, ਘਰ ਮੈਂ ਵਸਤ ਸੁਥਾਏ। ਸੁੱਖ ਨੂੰ ਬਾਹਰੋਂ ਢੂੰਡਦਾ ਫਿਰਦਾ ਹੈ, ਪਦਾਰਥਾਂ ਚੋਂ ਢੂੰਡਦਾ ਫਿਰਦਾ ਹੈ, ਤੇ ਇਹ ਸਾਕਤ ਮਨੁੱਖ ਇਹ ਨਹੀਂ ਸਮਝਦਾ ਕਿ ਪ੍ਰਮਾਤਮਾ ਦਾ ਹੁਕਮ, ਪ੍ਰਮਾਤਮਾ ਦੇ ਗੁਣ ਹੀ ਜਿਸ ਹਿਰਦੇ ਘਰ ਦੇ ਵਿੱਚ ਵਸਦੇ ਆ, ਉਹ ਸਭ ਤੋਂ ਅਮੀਰ ਹੈ, ਸਭ ਤੋਂ ਵੱਡਾ ਬਾਦਸ਼ਾਹ ਹੈ। ਅਗਲਾ ਬੰਦ ਹੈ, ਮਨ ਮੁਖ ਹਉਮੈ ਕਰ ਮੁਸੀ, ਗੁਰਮੁਖ ਪੱਲੇ ਪਾਏ। ਮਨਮੁਖ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜਿਹੜੀ ਜੀਵ ਇਸਤਰੀ ਹੈ, ਮੁਸੀ ਦਾ ਅਰਥ ਹੈ ਠੱਗੀ ਜਾਂਦੀ ਹੈ, ਲੁੱਟੀ ਜਾਂਦੀ ਹੈ। ਪੱਲੇ ਵਸਤੂ ਨੂੰ ਹਾਸਲ ਕਰ ਲੈਣ ਵਾਲੀ। ਸਾਹਿਬ ਕਹਿੰਦੇ ਜਿਹੜੀ ਤੇ ਜੀਵ ਇਸਤਰੀ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਆ ਨਾ, ਉਹ ਸਦਾ ਮੈਂ ਹਉ ਦੇ ਵਿੱਚ ਹੀ ਪਈ ਰਹਿੰਦੀ ਹੈ, ਜਿਹਦੇ ਨਾਲ ਉਹਦੇ ਅੰਦਰੋਂ ਸ਼ੁਭ ਗੁਣ ਜੇ ਕਿਤੇ ਥੋੜੇ ਬਹੁਤੇ ਨੇ ਨਾ, ਉਹ ਇਹਨਾਂ ਵਿਕਾਰਾਂ ਨੇ ਲੁੱਟ ਲਏ ਨੇ। ਅੰਦਰੋਂ ਉਹ ਲੁੱਟੀ ਜਾਂਦੀ ਹੈ, ਖਾਲੀ ਹੋ ਜਾਂਦੀ ਹੈ। ਸਾਹਿਬ ਜੀ ਬਾਣੀ 'ਚ ਕਹਿੰਦੇ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੈ ਮਨ ਮੁਖ ਨਹੀਂ ਬੁੱਝੈ, ਕੋਈ ਨਾ ਸੁਣੇ ਪੁਕਾਰਾ। ਸਭ ਕੁਝ ਲੁੱਟਿਆ ਜਾ ਰਿਹਾ ਹੈ, ਜੋ ਗੁਣ ਅੰਦਰ ਇਕੱਠੇ ਕੀਤੇ ਨੇ ਲੁੱਟ ਲਏ ਨੇ। ਤੋ ਸਾਹਿਬ ਕਹਿੰਦੇ ਐਸੀ ਜੀਵ ਇਸਤਰੀ ਕਿਵੇਂ ਸੱਚ ਦੇ ਰਸਤੇ ਨੂੰ ਧਾਰਨ ਕਰੇਗੀ? ਪਰ ਜਿਹੜੀਆਂ ਜੀਵ ਇਸਤਰੀਆਂ ਗੁਰਮੁਖ ਪੱਲੇ ਪਾਏ, ਜਿਹੜੀਆਂ ਗੁਰੂ ਦੇ ਸਨਮੁਖ ਹੋ ਗਈਆਂ, ਗੁਰੂ ਦੇ ਦੱਸੇ ਰਸਤੇ ਤੇ ਤੁਰਨ ਲੱਗ ਪਈਆਂ, ਉਹਨਾਂ ਨੂੰ ਪ੍ਰਮਾਤਮਾ ਦਾ ਪ੍ਰੇਮ, ਸ਼ੁਭ ਗੁਣ ਹਾਸਲ ਹੋ ਗਏ। ਅਗਲਾ ਬੰਦ ਹੈ, ਸਾਕਤ ਨਿਰਗੁਣ ਆਰਿਆ, ਆਪਣਾ ਮੂਲ ਪਛਾਣ। ਹੇ ਸਾਕਤ ਮਨੁੱਖ, ਹੇ ਅਵਗੁਣਾਂ ਦੇ ਨਾਲ ਭਰੇ ਹੋਏ ਮਨੁੱਖ, ਹੇ ਨਿਰਗੁਣ ਮਨੁੱਖ, ਚੇਤੇ ਕਰ ਤੇਰਾ ਮੂਲ, ਤੇਰੇ ਜੀਵਨ ਦਾ ਮੁੱਖ ਸਰੋਤ ਪ੍ਰਮਾਤਮਾ ਹੈ। ਆਪਣੇ ਮੂਲ ਨੂੰ ਪਹਿਚਾਣ ਕਰ ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੂੰ ਕਿਸ ਦਾ ਮਾਣ ਕਰਦਾ ਹੈ, ਹੰਕਾਰ ਕਰਦਾ ਹੈ? ਇਸ ਸਰੀਰ ਦਾ, ਇਹ ਧਨ ਦਾ, ਇਹ ਨਾ ਤੇਰੇ ਨਾਲ ਨਿਭਣਾ ਹੈ ਤੇ ਨਾਲ ਸਦੀਵੀ ਜਾਣਾ ਹੈ। ਤੇਰਾ ਅਸਲੀ ਮੂਲ, ਤੇਰੀ ਅਸਲੀ ਪਹਿਚਾਣ ਤੇ ਪ੍ਰਮਾਤਮਾ ਹੈ। ਤੇ ਇਹ ਸਾਕਤ ਨਿਰਗੁਣ ਆਰਿਆ, ਆਪਣਾ ਮੂਲ ਪਛਾਣ। ਇਹ ਅਵਗੁਣਾਂ ਦੇ ਵਿੱਚ ਡੁੱਬੇ ਹੋਏ ਸਾਕਤ ਮਨੁੱਖ ਆਪਣੇ ਜੀਵਨ ਦੇ ਮੂਲ ਪ੍ਰਮਾਤਮਾ ਨੂੰ ਸਮਝ। ਰਕਤ ਬਿੰਦ ਕਾ ਏਤਨੋ, ਅਗਨੀ ਭਾਸ ਪਿਰਾਨ। ਰਕਤ ਬਿੰਦ, ਮਾਂ ਦੀ ਰਕਤ, ਪਿਤਾ ਦੀ ਬਿੰਦ ਦੀ ਇੱਕ ਬੂੰਦ ਦੇ ਨਾਲ ਇਹ ਤਨ ਬਣਿਆ। ਇਹ ਸਰੀਰ ਮਾਂ ਦੇ ਲਹੂ ਤੇ ਪਿਤਾ ਦੇ ਵੀਰਜ ਤੋਂ ਬਣਿਆ। ਚੇਤੇ ਰੱਖ ਕੀ ਹੋਣਾ ਹੈ? ਅਗਨੀ ਪਾਸ ਬਿਰਾਨ। ਆਖਰ ਇਸ ਸਰੀਰ ਨੇ ਅੱਗ ਦੇ ਵਿੱਚ ਪੈ ਜਾਣਾ ਹੈ, ਸੜ ਕੇ ਸੁਆਹ ਹੋ ਜਾਣਾ ਹੈ। ਇਸ ਸਰੀਰ ਨੇ ਵੀ ਤੇਰਾ ਸਾਥ ਨਹੀਂ ਦੇਣਾ। ਪਵਨ ਕੈ ਵਸ ਦੇਹੁਰੀ, ਮਸਤਕ ਸੱਚ ਨਿਸ਼ਾਨ। ਪਵਨ ਦਾ ਅਰਥ ਹੈ ਸਵਾਸ, ਮਸਤਕ ਦਾ ਅਰਥ ਹੈ ਮੱਥੇ ਉੱਤੇ, ਨਿਸ਼ਾਨ ਦਾ ਅਰਥ ਹੈ ਅਟਲ ਹੁਕਮ। ਸਾਹਿਬ ਕਹਿੰਦੇ ਹਰੇਕ ਜੀਵ ਦੀ ਮੱਥੇ ਉੱਤੇ ਇਹ ਅਟਲ ਹੁਕਮ ਹੈ। ਹਰ ਇੱਕ ਸਿਰ ਉੱਤੇ ਇਹ ਅਟਲ ਹੁਕਮ ਪ੍ਰਮਾਤਮਾ ਦਾ ਜਿਹੜਾ ਚੱਲ ਰਿਹਾ ਹੈ। ਇਹ ਸਰੀਰ ਸਵਾਸਾਂ ਦੇ ਅਧੀਨ ਹੈ। ਹਰ ਇੱਕ ਸਰੀਰ ਦੇ ਵਿੱਚ ਸਵਾਸ ਚੱਲ ਰਹੇ ਨੇ ਤੇ ਸਰੀਰ ਦੀ ਹੈਸੀਅਤ ਹੈ। ਤੇ ਜਦੋਂ ਇਹ ਸਵਾਸ ਸਰੀਰ ਦੇ ਵਿੱਚੋਂ ਮਿਟ ਗਏ, ਇਸ ਸਰੀਰ ਨੇ ਮਿਟ ਜਾਣਾ ਹੈ, ਕਿਸੇ ਕੰਮ ਦਾ ਨਹੀਂ। ਬਹੁਤਾ ਜੀਵਨ ਮੰਗੀਐ, ਮੂਆ ਨਾ ਲੋੜੈ ਕੋਏ। ਸਭ ਕਹਿੰਦੇ ਸਾਰੀ ਦੁਨੀਆ 'ਚ ਘੁੰਮ ਫਿਰ ਕੇ ਦੇਖ ਲਓ, ਪੜਚੋਲ ਕੇ ਦੇਖ ਲਓ, ਹਰ ਕੋਈ ਚਾਹੁੰਦਾ ਹੈ ਮੈਨੂੰ ਲੰਬੀ ਉਮਰ ਮਿਲੇ, ਕੋਈ ਵੀ ਮਰਨਾ ਨਹੀਂ ਚਾਹੁੰਦਾ। ਸੱਚ ਇਹੀ ਹੈ।
हर एक मनुख इत्थे खलोता है कि मैनू वध तो वध लंबी उम्र मिले। कौन मरना चाहुंदा है? ते जद तक मनुख मरना नहीं ना चाहुंदा, जिंदगी नूं सच्चाई दे नेड़े नहीं लैके जांदी। इसे करके सब कहंदे पहला मरण कबूल, जीवन की छड़ आस, हो सबना की रेणुका तो आओ हमारे पास। जो तो प्रेम खेलन का चाओ, सिर तर तली गली मेरी आओ। सब कहंदे जे प्रेम की खेड खेडनी है ते अपना सिर तली ते रख के मेरे कोल आ। कैसी खेड आ? प्रेम की खेड खेडनी है, सीस तली ते रख के आना है। कहने तो भाव कि अपनी मत छड़ के आनी है। जो गुरु कोल आना है उदों अपनी मत छड़ देनी है, उदों केवल गुरु की मत लैनी है। पर कौन गुरु की मत लैंदा है? मत्था भी गुरु ग्रंथ साहिब नूं टेकदे हुंदे आ ते मत अपनी चलाउने हुंदे आ। गुरु ग्रंथ साहिब दे कोल बह के भी अपनी मत की गल कर रहे होंदे आ। गुरु की गल ते कदी ना सुनी है, ते जे कोई सुणाउंदा है ते सानूं कौड़ा लगदा है। बहुता जीवन मंगीए मूआ ना लोड़ा कोई। सब कहंदे लंबियां लंबियां उमरां ते सारे मंगदे ने, कोई भी नहीं चाहुंदा कि मैं छेती मर जावां। कोई मरना नहीं लोड़दा। सुख जीवन तिस आखीए, जिस गुरमुख वसिया सोए। पर साहब कहंदे उसे मनुख दा सुखी जीवन समझो जिस दे मन दे विच गुरु दा प्रेम वसदा है। उसे मनुख दा सुखी जीवन आ जिहदे जीवन दे विच परमात्मा दे गुण वसदे हन, जो गुरु दी मत ते चलदा है, जिहने अपने किरदार नूं उच्चा सुच्चा कर लिया है। नाम विहूणे क्या गणी, जिस हर गुर दर्श न होए। सब कहंदे ऐसे मनुख दी जिंदगी किस काम दी, जिस मनुख नूं कदे गुरु जी दी मत ते नहीं चलिया, जिहड़ा जिन्हों कदे गुरु दे दीदार नहीं होए, जिन्हें कदे गुरु दी बाणी दे मुताबक अपना जीवन नहीं ढालिया, जिन्हें अपने हिरदे विच बैठे परमात्मा नूं कदी नहीं समझिया। ऐसा मनुख परमात्मा दे गुणां तो सखना रहिंदा है। ते ऐसे मनुख दी जिंदगी किसे काम दी नहीं, वो ते जिउंदी हुई लाश है। सब कहंदे बाणी दे विच बड़ा प्यारा बचन किया गुरु नानक साहब जी ने, सो जीविया जिस मन वसिया सोए। सब कहंदे मैं ते उहनूं जिउंदा मनदा जिहदे चित्त विच परमात्मा है। नानक अवर ना जीवै कोई, जिहड़ा परमात्मा तो टुटिया वो ते जिउंदी लाश घुम रिहा है। भावें उहदे श्वास चलदे ने, वो ते मुर्दा शरीर आ। जै जीवै पत लथी जाए, सब हराम जेता किश खाए। कहंदे जे जिउंदे जी मनुख दी बेपती होण लग पवे, फिर उहदा खाना पीना सब हराम है, किसे काम दा नहीं। जिहदी जिंदगी निरार्थ चल रही है, किसे काम दी नहीं। अगला बंद है, ज्यों सुपनै निस भूलीऐ, जब लग निंदरा होए। ज्यों सुपनै कहंदे जिवें रात नूं, निस दा अर्थ है रात नूं, कहंदे जिवें रात नूं सुते पिया सुपने दे विच मनुख कई तरीके दीयां चीज़ां वेखदा है ते भुलेखा खा जाइदा है कि भी जो कुछ ये वेख रहा खनी ये सच है, ये सदीवी है। कई बारी आपां नूं ड्रीम्स आउंदे, सुपने आउंदे, आपां उन्हां सुपनिਆਂ ਦੇ ਵਿੱਚ ਇੰਨੇ ਖੁੱਭ ਜਾਂਦੇ ਆ कि सानू साडा शरीर भी ਉਹਦੇ ਮੁਤਾਬਕ कई बारी डरन लग पैंदा है, ਜਾਂ ਸਾਡੇ शरीर ਦੇ ਵਿੱਚ ਉਹੋ ਜਿਹੀ हलचल होण लग पैंदी है, क्योंकि असीं ये समझदे हां शायद ये सब कुछ सच्चा है, ये जो मेरे नाल वापरिया बिल्कुल सदीवी है। जब लग निंद्रा होए, पर उदों तक है जब तक नींद दे विच है, जब तक नींद विच है उदों तक सुपना है। पर जदों वो नींद टुटदी है, जदों वो नींद खत्म हुंदी है, तां की वेखीदा है कि जो कुछ सुपने विच सी वो सब झूठ सी, वो कुछ भी सदीवी नहीं है। इउं सरपन कै वस जीड़ा, अंतर हौमै दोए। सब कहंदे इसे तरह एक कमज़ोर जिहड़ा जीव आ ना, ये माया रूपी सपनी दे वस विच पिया होया है। ते जद तक ये माया रूपी सपनी दे वस विच पिया रहेगा ना, ਇਹਦੇ अंदर हौमे रहेगी, मेर तेर रहेगी, ईरखा रहेगी, नफरत रहेगी, क्योंकि इस हौमे ते मेर तेर नूं यही अपने जीवन नूं सही समझ के बैठदा है। ये सोचदा भी शायद ये मेरी तेरी करनी, हौमे विच रहना यही जीवन दा मूल है, ते सारी जिंदगी ये इहदे पिछे ही लगा रहिंदा है।
ਗੁਰਮਤਿ ਹੋਏ ਵਿਚਾਰੀਐ, ਸੁਪਨਾ ਇਹ ਜਗ ਲੋਏ। ਪਰ ਗੁਰੂ ਦੀ ਮੱਤ ਤੇ ਚੱਲਣ ਵਾਲੇ, ਜਿਹੜੇ ਗੁਰੂ ਦੀ ਸਿੱਖਿਆ ਤੇ ਤੁਰਨ ਵਾਲੇ ਗੁਰਮੁਖ ਨੇ ਨਾ, ਉਹਨਾਂ ਨੂੰ ਇਹ ਵਿਚਾਰ ਸਮਝ ਆ ਗਈ ਹੈ ਕਿ ਇਹ ਸਭ ਇੱਕ ਸੁਪਨਾ ਹੈ। ਇਹ ਜ਼ਿੰਦਗੀ ਇੱਕ ਸੁਪਨੇ ਵਰਗੀ ਹੈ। ਇਸ ਦੁਨੀਆ ਦੇ ਵਿੱਚ ਮੇਰ ਤੇਰ ਕਰਨੀ, ਹਉਮੈ ਵਿੱਚ ਜਿਉਣਾ, ਇਹ ਪ੍ਰਮਾਤਮਾ ਤੋਂ ਦੂਰੀ ਹੈ। ਫਿਰ ਉਹ ਸੱਚੇ ਰਸਤੇ ਨੂੰ ਅਪਣਾਉਂਦੇ ਨੇ ਤੇ ਗੁਰੂ ਦੀ ਮੱਤ ਤੇ ਚੱਲਦੇ ਨੇ। ਆਖਰੀ ਬੰਦ ਹੈ ਪਾਵਨ ਸ਼ਬਦ ਦਾ, ਅਗਨ ਮਰੈ ਜਲ ਪਾਈਐ, ਜਿਉ ਬਾਰਕ ਦੁੱਧੈ ਮਾਏ। ਕਹਿੰਦੇ ਜਿਵੇਂ ਬਾਲਕ ਦੀ ਅੱਗ, ਪੇਟ ਦੀ ਅੱਗ, ਭੁੱਖ ਦੀ ਅੱਗ, ਅਗਨ ਮਰੈ ਜਲ ਪਾਈਐ। ਕਹਿੰਦੇ ਇਵੇਂ ਹੀ ਜਿਵੇਂ ਇੱਕ ਬੱਚੇ ਦੀ ਪੇਟ ਦੀ ਅੱਗ, ਪੇਟ ਦੀ ਭੁੱਖ ਉਦੋਂ ਬੁਝਦੀ ਹੈ, ਦੁੱਧੈ ਮਾਏ, ਜਦੋਂ ਉਹ ਆਪਣੀ ਮਾਂ ਦੇ ਦੁੱਧ ਨੂੰ ਪੀਂਦਾ ਹੈ, ਉਹਦੇ ਅੰਦਰ ਸ਼ਾਂਤੀ ਹੁੰਦੀ ਹੈ। ਅਗਨ ਮਰੈ ਜਲ ਪਾਈਐ, ਤੇਵੇਂ ਹੀ ਮਨ ਰੂਪੀ ਬੱਚੇ ਦੀ ਜਿਹੜੀ ਤ੍ਰਿਸ਼ਨਾ ਦੀ ਭੁੱਖ ਆ ਨਾ, ਇਹ ਅੱਗ ਉਦੋਂ ਬੁਝਦੀ ਹੈ ਜਦੋਂ ਪ੍ਰਮਾਤਮਾ ਦੇ ਗੁਣਾ ਰੂਪੀ ਅੰਮ੍ਰਿਤ ਰੂਪੀ ਜਲ ਇਹਦੇ ਜੀਵਨ 'ਚ ਜਾਂਦਾ ਹੈ। ਅੰਮ੍ਰਿਤ ਦਾ ਰਸ ਗੁਰਬਾਣੀ ਦੀ ਵਿਚਾਰ ਦੇ ਵਿੱਚੋਂ ਸ਼ੁਭ ਗੁਣ ਰੂਪੀ ਇਹਦੇ ਜੀਵਨ ਵਿੱਚ ਆਉਂਦੇ ਨੇ, ਉਦੋਂ ਮਨ ਤੋਂ ਵਿਕਾਰਾਂ ਦੀ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ। ਬਿਨ ਜਲ ਕਮਲ ਸੋ ਨਾਥੀਐ, ਬਿਨ ਜਲ ਮੀਨ ਮਰਾਏ। ਕਹਿੰਦੇ ਜਿਵੇਂ ਪਾਣੀ ਤੋਂ ਬਿਨਾ ਕਮਲ ਦੇ ਫੁੱਲ ਦੀ ਕੋਈ ਹਸਤੀ ਨਹੀਂ, ਜਿਵੇਂ ਪਾਣੀ ਤੋਂ ਬਿਨਾ ਮੱਛੀ ਮਰ ਜਾਂਦੀ ਹੈ, ਨਾਨਕ ਗੁਰਮੁਖ ਹਰ ਰਸ ਮਿਲੈ, ਜੀਵਾਂ ਹਰ ਗੁਣ ਗਾਏ। ਤਿਵੇਂ ਹੀ ਨਾਨਕ ਜੀ ਆਖਦੇ ਹਨ, ਗੁਰੂ ਜੀ ਦੇ ਸਨਮੁਖ ਰਹਿਣ ਵਾਲੇ ਗੁਰਸਿੱਖ ਦਾ ਜੀਵਨ ਉਦੋਂ ਤੱਕ ਹੈ ਜਦ ਤੱਕ ਉਹ ਪ੍ਰਮਾਤਮਾ ਦੇ ਗੁਣਾਂ ਵਿੱਚ ਚੱਲਦਾ ਹੈ, ਪ੍ਰਮਾਤਮਾ ਨੂੰ ਆਪਣੇ ਅੰਗ ਸੰਗ ਸਮਝਦਾ ਹੈ, ਪ੍ਰਮਾਤਮਾ ਦੇ ਹੁਕਮ ਦੇ ਵਿੱਚ ਜੀਵਨ ਤੋਰਦਾ ਹੈ। ਨਾਨਕ ਗੁਰਮੁਖ ਹਰ ਰਸ ਮਿਲੇ। ਨਾਨਕ ਜੀ ਆਖਦੇ ਗੁਰੂ ਦੀ ਮੱਤ ਤੇ ਚੱਲਣ ਵਾਲੇ ਗੁਰਸਿੱਖ ਨੂੰ ਸਦੀਵੀ ਆਤਮਿਕ ਸੁੱਖ ਆਨੰਦ ਮਿਲਦਾ ਹੈ। ਕਿਹਦੇ ਵਿੱਚੋਂ? ਪ੍ਰਮਾਤਮਾ ਦੇ ਗੁਣਾਂ ਚੋਂ। ਜੀਵਾਂ ਹਰ ਗੁਣ ਗਾਏ, ਤੇ ਉਹਦੀ ਜ਼ਿੰਦਗੀ ਦਾ ਆਧਾਰ ਪ੍ਰਮਾਤਮਾ ਦਾ ਨਾਮ, ਉਹਦੇ ਗੁਣ ਬਣ ਜਾਂਦਾ ਹੈ। ਫਿਰ ਉਹ ਆਪਣੇ ਜੀਵਨ ਨੂੰ ਪ੍ਰਮਾਤਮਾ ਦੀ ਰਜ਼ਾ ਤੇ ਭਾਣੇ ਵਿੱਚ ਜਿਉਂਦਾ ਹੈ। ਇਹੀ ਗੱਲ ਸਤਿਗੁਰੂ ਜੀ ਅੱਜ ਦੇ ਬਚਨਾਂ ਵਿੱਚ ਸਮਝਾ ਰਹੇ ਨੇ। 15ਵਾਂ ਨੰਬਰ ਸ਼ਬਦ ਹੈ ਸ਼੍ਰੀ ਰਾਗ ਦੇ ਵਿੱਚੋਂ ਲੜੀਵਾਰ ਗੁਰੂ ਸ਼ਬਦ ਦਾ, ਅਸ਼ਟਪਦੀਆਂ ਦਾ, ਜਿਹਦੀ ਵਿਚਾਰ ਆਪ ਜੀ ਕੇ ਸਨਮੁਖ ਰੱਖੀ ਹੈ। ਕੋਸ਼ਿਸ਼ ਕੀਤੀ ਹੈ ਸਿਰਫ ਤੇ ਸਿਰਫ ਗੁਰਬਾਣੀ ਦੀ ਹੀ ਵਿਚਾਰ ਆਪ ਤੱਕ ਕੀਤੀ ਜਾਵੇ। ਸੋ ਇਸੇ ਕਰਕੇ ਸ਼ਬਦ ਵਿੱਚ ਰਹਿ ਕੇ ਹੀ ਵਿਚਾਰ ਕੀਤੀ ਜਾਂਦੀ ਹੈ, ਤਾਂ ਕਿ ਸਿਰਫ ਤੇ ਸਿਰਫ ਗੁਰਬਾਣੀ ਦੀ ਗੱਲ ਸਾਡੇ ਤੱਕ ਪਹੁੰਚੇ। ਬੇਅੰਤ ਭੁੱਲਾਂ ਗਲਤੀਆਂ ਗੁਰਬਾਣੀ ਦੀ ਵਿਚਾਰ ਕਰਦਿਆਂ ਹੁੰਦੀਆਂ ਨੇ, ਗੁਰਬਾਣੀ ਦਾ ਉਚਾਰਨ ਕਰਦੀਆਂ ਹੁੰਦੀਆਂ ਨੇ। ਆਪ ਗੁਰੂ ਪਿਆਰੀ ਸੰਗਤ ਬਖਸ਼ਣਯੋਗ ਹੋ। ਸਾਹਿਬ ਜੀ ਕਿਰਪਾ ਕਰਨ, ਸਾਰਿਆਂ ਦੇ ਜੀਵਨ ਵਿੱਚ ਗੁਰਮਤਿ ਵਸੇ। ਗੁਰੂ ਦੇ ਸਿਧਾਂਤਾਂ ਤੇ ਪਹਿਰਾ ਦਈਏ, ਗੁਰੂ ਦੇ ਹੁਕਮ ਤੇ ਚੱਲੀਏ, ਤਾਂ ਹੀ ਹੋਣਗੇ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਘਰ ਪ੍ਰਭਾਪੇ ਮੇਲੇ। ਹੋਈ ਭੁੱਲ ਗਲਤੀ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।